जिस तरीके ਦੇ ਨਾਲ ਕੱਲ ਤੁਹਾਡੇ ਦੇ ਵੱਲੋਂ ਇੱਕ ਰਾਜਨੀਤਿਕ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਹੈ, ਉਹਦਾ ਕਾਰਨ ਕੀ ਹੈ? ਜਿਹੜੇ ਸੁਹਿਰਦ ਲੋਕ ਆ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਆ ਉਹ ਇਕੱਠੇ ਹੋ ਜਾਣ, ਹੁਣ ਆਪਦੇ ਜਿਹੜੇ ਨਿੱਜ ਦੇ ਏਜੰਡੇ ਆ ਉਹਨੂੰ ਪਾਸੇ ਰੱਖ ਕੇ ਇਕੱਠੇ ਹੋ ਕੇ ਪੰਜਾਬ ਦੀ ਖਾਤਰ ਕੁਝ ਕਰਨ, ਇਸ ਧਰਤੀ ਦੀ ਖਾਤਰ ਸਾਡੇ ਲੋਕਾਂ ਲਈ ਕੁਝ ਕਰਨ, ਤੇ ਉਹਨਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਆ। ਸਵਾਲ ਤੁਹਾਡੇ ਤੇ ਇਹ ਨਹੀਂ ਉੱਠ ਰਿਹਾ ਕਿ ਤੁਸੀਂ ਇੱਕ ਧਿਰ ਬਣਾਉਣ ਦੀ ਜਾਂ ਜਿਹੜੀ ਤੁਸੀਂ ਅਪੀਲ ਦੀ ਤੁਸੀਂ ਗੱਲ ਦੱਸੀ ਹੈ, ਸਵਾਲ ਇਹ ਉੱਠ ਰਹੇ ਨੇ ਕਿ ਜਿਹੜੇ ਤੁਸੀਂ ਲੀਡਰ ਚੁਣੇ ਨੇ ਅੱਗੇ ਲਾਉਣ ਦੇ ਲਈ, ਉਹ ਪਹਿਲਾਂ ਵੀ ਬਹੁਤ ਵਾਰੀ ਇਕੱਠੇ ਹੋ ਚੁੱਕੇ ਨੇ, ਪਰ ਸਿਰਫ ਕੁਝ ਸੀਟਾਂ ਦੀਆਂ ਵੰਡਾਂ ਨੂੰ ਲੈ ਕੇ ਉਹ ਆਪਸ ਦੇ ਵਿੱਚ ਇਕੱਠੇ ਨਹੀਂ ਹੋ ਸਕੇ ਦੁਬਾਰਾ। ਕਿ ਹਾਲੇ ਵੀ ਉਹਨਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ, ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਪਹਿਲਾਂ ਤੋਂ ਵੀ ਉਹਨਾਂ ਦੇ ਪਿਓ ਦਾਦੇ ਵੀ ਸਿਆਸਤ ਦੇ ਵਿੱਚ ਸੀ, ਪਰ ਪ੍ਰਾਪਤੀ ਉਹਨਾਂ ਦੀ ਹਾਲੇ ਤੱਕ ਕੋਈ ਨਹੀਂ ਹੈ। ਉਹਨਾਂ ਚਿਹਰਿਆਂ ਨੇ ਜਦੋਂ ਇਕੱਠੇ ਹੋਏ ਵੀ ਪਹਿਲਾਂ ਤੇ ਆਪਸ 'ਚ ਲੜ ਪਏ, ਉਸ ਵੇਲੇ ਉਹ ਆਪ ਮੁਹਾਰੇ ਇਕੱਠੇ ਹੋਏ, ਇਲੈਕਸ਼ਨ ਤੋਂ ਪਹਿਲਾਂ ਇਕੱਠੇ ਹੋਏ ਤੇ ਮੁੜ ਕੇ ਲੜ ਪਏ। ਇਕੱਠਾ ਇੱਕ ਮੰਚ ਤੇ ਉਹੀ ਹੋਊਗਾ, ਇਹ ਸਾਨੂੰ ਸਮਝ ਆ ਸਾਰਿਆਂ ਨੂੰ, ਜਿਹੜਾ ਆਪਦੇ ਝੰਡੇ ਨੂੰ, ਏਜੰਡੇ ਨੂੰ ਜਾਂ ਆਪਦੇ ਨਿੱਜ ਨੂੰ ਪਿੱਛੇ ਰੱਖ ਕੇ ਕਹੂਗਾ ਅੱਜ ਮੈਂ ਲੋਕਾਂ ਖਾਤਰ ਖੜਾ, ਪੰਜਾਬ ਖਾਤਰ ਖੜਾ। ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਹੈ, ਜਿਸ ਤਰੀਕੇ ਦੇ ਨਾਲ ਤੁਸੀਂ ਸ਼ੰਭੂ ਮੋਰਚਾ ਲਗਾਇਆ, ਇਹ ਬਹੁਤ ਸਹੀ ਪਾਸੇ ਜਾ ਰਿਹਾ ਹੈ, ਕਾਮਯਾਬੀ ਵੀ ਤੁਹਾਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਬਰਗਾੜੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ, ਜਿਹੜੇ ਲੀਡਰਾਂ ਦੇ ਕੱਲ ਤੁਸੀਂ 2-4 ਲੀਡਰਾਂ ਦੇ ਨਾਂ ਲਏ, ਉਹਨਾਂ ਦੇ ਵਿੱਚੋਂ 1-2 ਲੀਡਰਾਂ ਦੇ ਉੱਪਰ ਇਲਜ਼ਾਮ ਵੀ ਲੱਗ ਰਹੇ ਸੀ ਕਿ ਜਿਹੜੇ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ, ਉਹ ਲੋਕਾਂ ਨੇ ਬਰਗਾੜੀ ਦੇ ਮੋਰਚੇ ਨੂੰ ਆਪਣੇ ਵੋਟ ਬੈਂਕ ਦੇ ਲਈ ਇਸਤੇਮਾਲ ਕੀਤਾ। ਇਸੇ ਤਰ੍ਹਾਂ ਲੋਕਾਂ ਨੂੰ ਇੱਥੇ ਵੀ ਵਹਿਮ ਹੋਇਆ ਕਿ ਇਹ ਬੰਦੇ ਇਸ ਮੋਰਚੇ ਨੂੰ ਸਿਰਫ ਆਪਣੀ ਸਿਆਸਤ ਦੇ ਲਈ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ। ਪਹਿਲੀ ਗੱਲ, ਵੋਟਾਂ ਅੱਜ ਤਾਂ ਪਈ ਨਹੀਂ ਜਾਂਦੀਆਂ, ਤਿਆਰੀ ਤੇ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਪੜ੍ਹਨ ਦਾ ਸ਼ੌਂਕ ਰੱਖਦੇ ਹੋ, ਨੌਲੇਜ ਵੀ ਰੱਖਦੇ ਹੋ, ਤੁਹਾਡੇ ਨਾਲ ਹੋਰ ਵੀ ਨੌਜਵਾਨ ਆਉਂਦੇ ਨੇ, ਵਕੀਲ ਵੀ ਨੇ, ਬੁੱਧੀਜੀਵੀ ਵੀ ਤੁਹਾਡੇ ਕੋਲੇ ਆਉਂਦੇ ਰਹੇ ਨੇ, ਹੋਰ ਵੀ ਜਿਸ ਤਰੀਕੇ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਕਿਸਾਨਾਂ ਦੀਆਂ ਪਾਰਟੀਆਂ, ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਨੇ, ਕਿ ਉਹਨਾਂ ਦੇ ਵਿੱਚ ਨਹੀਂ ਨਵੇਂ ਲੀਡਰ ਪੈਦਾ ਕੀਤੇ ਜਾ ਸਕਦੇ? ਤੁਸੀਂ ਖੇਤਰੀ ਪਾਰਟੀ ਬਣਾਉਣ ਦੀ ਗੱਲ ਕੀਤੀ, ਜਿਸ ਤਰੀਕੇ ਨਾਲ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਲੋਕਾਂ ਦਾ ਇਹ ਸਵਾਲ ਹੈ, ਲੋਕ ਚੱਕ ਰਹੇ ਨੇ, ਕਿਉਂਕਿ ਤੁਸੀਂ ਸਨੀ ਦਿਓਲ ਦੀ ਉਸ ਟਾਈਮ ਤੁਸੀਂ ਉਹਨਾਂ ਦੀ ਕੰਪੇਨ ਵੀ ਕਰਦੇ ਰਹੇ ਹੋ। ਲੋਕ ਕਹਿੰਦੇ ਨੇ ਕਿ ਦੀਪ ਸਿੱਧੂ ਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਬੀਜੇਪੀ ਜਿਹੜੀ ਪਾਰਟੀ ਹੈ ਇਹ ਵੀ ਦਿੱਲੀ ਤੋਂ ਚੱਲਦੀ ਹੈ, ਪੰਜਾਬ ਤੋਂ। ਬਾਈ ਆਏ ਆ, ਮੈਂ ਆਪਦੀ ਯਾਰੀ ਨਿਭਾਈ ਉਸ ਵੇਲੇ, ਹਨਾ, ਸਭ ਕੁਝ ਪਤਾ ਸੀ, ਪਰ ਕਈ ਵਾਰੀ ਸਾਨੂੰ ਆਪਦੇ ਪਰਿਵਾਰ ਨਾਲ, ਆਪਦੇ ਯਾਰਾਂ ਨਾਲ ਖੜਨਾ ਪੈਂਦਾ। ਮੈਂ ਉਦੋਂ ਬੀਜੇਪੀ ਲਈ ਵੋਟ ਨਹੀਂ ਮੰਗੀ। ਤੁਸੀਂ ਕਹਿ ਰਹੇ ਹੋ ਕਿ ਸਨੀ ਦਿਓਲ ਬਹੁਤ ਵਧੀਆ ਇਨਸਾਨ ਨੇ, ਯਾਰੀ ਮਿੱਤਰਤਾ ਵੀ ਤੁਹਾਡੀ ਹੈਗੀ ਹੈ, ਤਾਂ ਉਹਨਾਂ ਨੂੰ ਵੀ ਤੁਸੀਂ ਅਪੀਲ ਕਰੋਗੇ ਜਿਸ ਤਰੀਕੇ ਦੇ ਨਾਲ ਕਾਂਗਰਸ ਵਾਲੇ ਨਵਜੋਤ ਸਿੱਧੂ ਨੂੰ ਕਰ ਰਹੇ ਹੋ, ਲੋਕ ਇਨਸਾਫ ਪਾਰਟੀ ਵਾਲੇ ਬੈਂਸ ਨੂੰ ਕਰ ਰਹੇ ਹੋ, ਤਾਂ ਸਨੀ ਦਿਓਲ ਨੂੰ ਵੀ ਕਿਤੇ ਨਾ ਕਿਤੇ ਅਪੀਲ ਕਰੋਗੇ ਕਿ ਆਪਾਂ ਇਕੱਠੇ ਹੋਈਏ? ਅਸੀਂ ਤਾਂ ਇਹ ਕਹਿੰਦੇ ਹਾਂ, ਜਿਹੜੇ ਸਟਰਗਲ ਪੋਲਿਟਿਕਸ ਦਾ ਪਾਰਟ ਬਣਨਾ ਚਾਹੁੰਦੇ ਆ, ਜਿਨ੍ਹਾਂ ਨੂੰ ਅਹੁਦੇ, ਕੁਰਸੀਆਂ ਜਾਂ ਨਿੱਜ ਦੀ ਕੋਈ ਜਿਹੜੀ ਹੋਰ ਗੱਲ ਆ ਉਹ ਨਹੀਂ ਪਿਆਰੀ, ਉਹ ਆ ਜਾਣ। ਕਦੋਂ ਤੋਂ ਇਸ ਦੀ ਸ਼ੁਰੂਆਤ ਕਰਨੀ? ਅੱਜ ਹੀ ਕਰਤੀ ਜੀ, ਅੱਜ ਮਿਲੇ ਕਿਸੇ ਨੂੰ? ਗਾਂਧੀ ਸਾਹਿਬ, ਖਹਿਰਾ ਸਾਹਿਬ, ਸਾਰਿਆਂ ਨੂੰ ਕਰਤੀ ਅੱਜ ਹੀ ਜੀ। ਇਹਦਾ ਉਹਨਾਂ ਦਾ ਕੀ ਰਿਸਪੌਂਸ ਰਿਹਾ? ਬਹੁਤ ਵਧੀਆ, ਬਹੁਤ ਪੋਜ਼ਿਟਿਵ ਰਿਸਪੌਂਸ ਰਿਹਾ ਜੀ। ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ ਤੇ ਇਸ ਮੋਰਚੇ ਦੀ ਅਗਵਾਈ ਕਰ ਰਹੇ ਨੇ ਪੰਜਾਬੀ ਫਿਲਮ ਐਕਟਰ ਦੀਪ ਸਿੱਧੂ। ਦੀਪ ਸਿੱਧੂ ਦੇ ਵੱਲੋਂ ਕੱਲ ਇੱਕ ਰਾਜਨੀਤਿਕ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਹੈ। ਦੀਪ ਸਿੱਧੂ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਦੀ ਜ਼ਰੂਰਤ ਕੀ ਪੈ ਗਈ। ਦੀਪ ਜੀ, ਸਵਾਗਤ ਹੈ ਪਹਿਲਾਂ ਤਾਂ। ਧੰਨਵਾਦ ਜੀ। ਸਿੱਧੂ ਸਾਹਿਬ, ਜਿਸ ਤਰੀਕੇ ਦੇ ਨਾਲ ਕੱਲ ਤੁਹਾਡੇ ਦੇ ਵੱਲੋਂ ਇੱਕ ਰਾਜਨੀਤਿਕ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਹੈ, ਉਹਦਾ ਕਾਰਨ ਕੀ ਹੈ? ਨਹੀਂ ਜੀ, ਰਾਜਨੀਤਿਕ ਧਿਰ ਬਣਾਉਣ ਦੀ ਅਪੀਲ ਨਹੀਂ ਕੀਤੀ। ਅਪੀਲ ਇਹ ਕੀਤੀ ਗਈ ਆ ਵੀ ਜਿਹੜੇ ਸੁਹਿਰਦ ਲੋਕ ਆ ਪੰਜਾਬ ਦੇ ਲਈ ਕੁਝ ਕਰਨਾ ਚਾਹੁੰਦੇ ਆ ਉਹ ਇਕੱਠੇ ਹੋ ਜਾਣ, ਹੁਣ ਆਪਦੇ ਜਿਹੜੇ ਨਿੱਜ ਦੇ ਏਜੰਡੇ ਆ ਉਹਨੂੰ ਪਾਸੇ ਰੱਖ ਕੇ ਇਕੱਠੇ ਹੋ ਕੇ ਪੰਜਾਬ ਦੀ ਖਾਤਰ ਕੁਝ ਕਰਨ, ਇਸ ਧਰਤੀ ਦੀ ਖਾਤਰ ਸਾਡੇ ਲੋਕਾਂ ਲਈ ਕੁਝ ਕਰਨ, ਤੇ ਉਹਨਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਗਈ ਆ। ਤੇ ਇੱਕ ਅਪੀਲ ਇਹ ਕੀਤੀ ਗਈ ਆ ਵੀ ਬੁੱਧੀਜੀਵੀ ਵੀ, ਇੰਟਲੈਕਚੁਅਲਸ ਵੀ, ਜਿਹੜੇ ਕਹਿੰਦੇ ਆ ਵੀ ਅਸੀਂ ਪੰਜਾਬ ਲਈ ਲੜਨਾ ਚਾਹੁੰਦੇ ਆ, ਉਹ ਵੀ ਇਕੱਠੇ ਹੋ ਕੇ ਇੱਕ ਸਮਾਜਿਕ ਇਨਕਲਾਬ ਲੈ ਕੇ ਆਉਣ, ਤੇ ਇੱਕ ਰਾਜਸੀ ਤੇ ਸਮਾਜਿਕ ਇਨਕਲਾਬ ਦੋਨੇ ਖੇਤਰਾਂ 'ਚ ਕੰਮ ਕੀਤਾ ਜਾਵੇ ਪੰਜਾਬ ਦੇ। ਸਵਾਲ ਤੁਹਾਡੇ ਤੇ ਇਹ ਨਹੀਂ ਉੱਠ ਰਿਹਾ ਕਿ ਤੁਸੀਂ ਇੱਕ ਧਿਰ ਬਣਾਉਣ ਦੀ ਜਾਂ ਜਿਹੜੀ ਤੁਸੀਂ ਅਪੀਲ ਦੀ ਤੁਸੀਂ ਗੱਲ ਦੱਸੀ ਹੈ, ਸਵਾਲ ਇਹ ਉੱਠ ਰਹੇ ਨੇ ਕਿ ਜਿਹੜੇ ਤੁਸੀਂ ਲੀਡਰ ਚੁਣੇ ਨੇ ਅੱਗੇ ਲਾਉਣ ਦੇ ਲਈ, ਉਹ ਪਹਿਲਾਂ ਵੀ ਬਹੁਤ ਵਾਰੀ ਇਕੱਠੇ ਹੋ ਚੁੱਕੇ ਨੇ, ਪਰ ਸਿਰਫ ਕੁਝ ਸੀਟਾਂ ਦੀਆਂ ਵੰਡਾਂ ਨੂੰ ਲੈ ਕੇ ਉਹ ਆਪਸ ਦੇ ਵਿੱਚ ਇਕੱਠੇ ਨਹੀਂ ਹੋ ਸਕੇ ਦੁਬਾਰਾ। ਕਿ ਹਾਲੇ ਵੀ ਉਹਨਾਂ ਤੋਂ ਉਮੀਦ ਰੱਖੀ ਜਾ ਸਕਦੀ ਹੈ, ਕਿਉਂਕਿ ਬੜੇ ਲੰਬੇ ਸਮੇਂ ਤੋਂ ਉਹਨਾਂ ਦੇ ਪਹਿਲਾਂ ਤੋਂ ਵੀ ਉਹਨਾਂ ਦੇ ਪਿਓ ਦਾਦੇ ਵੀ ਸਿਆਸਤ ਦੇ ਵਿੱਚ ਸੀ, ਪਰ ਪ੍ਰਾਪਤੀ ਉਹਨਾਂ ਦੀ ਹਾਲੇ ਤੱਕ ਕੋਈ ਨਹੀਂ ਹੈ। ਬਾਈ ਜੀ ਆਏ ਆ, ਉਹਨਾਂ 'ਚ ਕੁਛ ਚਿਹਰੇ ਇਹੋ ਜਿਹੇ ਆ ਜਿਹੜੇ ਇਮਾਨਦਾਰ ਵੀ ਆ ਤੇ ਲੋਕਾਂ 'ਚ ਉਹਨਾਂ ਦੀ ਐਕਸੈਪਟੈਂਸ ਵੀ ਆ, ਸਾਰੇ ਨਹੀਂ, ਇਹ ਗੱਲ ਮੈਂ ਮੰਨਦਾ। ਅਗਲੀ ਗੱਲ, ਹਜੇ ਆਪਾਂ ਕਿਹੜੇ ਚਿਹਰਿਆਂ ਨੂੰ ਮਿਲਾਂਗੇ, ਉਹਨਾਂ ਨੂੰ ਆ ਕੇ ਨਾਲ ਜਦੋਂ ਤੱਕ ਅਸੀਂ ਮਿਲਾਂਗੇ ਨਹੀਂ, ਸਾਨੂੰ ਇਹ ਨਹੀਂ ਪਤਾ ਲੱਗੂ ਵੀ ਉਹ ਨਿੱਜ ਦੀ ਲੜਾਈ ਲੜ ਰਿਹਾ ਕਿ ਪੰਜਾਬ ਦੀ ਲੜਾਈ ਲੜ ਰਿਹਾ। ਫਿਰ ਮਿਲ ਕੇ ਜੇ ਅਗਲੇ ਕਹਿਣ ਅਸੀਂ ਆਪਦੇ ਏਜੰਡਿਆਂ ਨੂੰ ਛੱਡ ਕੇ ਇਕੱਠੇ ਹੋਣਾ,
ਆਪਾਂ ਸੰਗਤ ਨੂੰ ਆ ਕੇ ਕਲੀਅਰ ਕਰਾਂਗੇ ਕੌਣ ਬੰਦਾ ਕੀ ਏਜੰਡਾ ਲੈ ਕੇ ਚੱਲ ਰਿਹਾ ਤੇ ਕੀ ਕਹਿ ਰਿਹਾ। ਇਹਦਾ ਮਤਲਬ ਉਹ ਬੇਨਕਾਬ ਹੋਣਗੇ। ਦੂਜੀ ਗੱਲ, ਉਹਨਾਂ ਚਿਹਰਿਆਂ ਨੇ ਜਦੋਂ ਇਕੱਠੇ ਹੋਏ ਵੀ ਪਹਿਲਾਂ ਤੇ ਆਪਸ 'ਚ ਲੜ ਪਏ, ਉਸ ਵੇਲੇ ਉਹ ਆਪ ਮੁਹਾਰੇ ਇਕੱਠੇ ਹੋਏ, ਇਲੈਕਸ਼ਨ ਤੋਂ ਪਹਿਲਾਂ ਇਕੱਠੇ ਹੋਏ ਤੇ ਮੁੜ ਕੇ ਲੜ ਪਏ। ਅੱਜ ਇਸ ਅੰਦੋਲਨ 'ਚੋਂ ਲੋਕਾਂ ਦੀ ਅਪੀਲ ਹੈ, ਇਹ ਲੋਕ ਚਾਹੁੰਦੇ ਆ ਵੀ ਇਹ ਇਕੱਠੇ ਹੋਣ। ਜਦੋਂ ਲੋਕਾਂ ਦੀ ਮੰਗ ਹੋਵੇ ਤਾਂ ਸਮੇਂ ਦੀ ਮੰਗ ਬਣ ਜਾਂਦੀ ਆ। ਉਸ ਵੇਲੇ ਹੋ ਸਕਦਾ ਉਹ ਸਮੇਂ ਦੀ ਮੰਗ ਨਹੀਂ ਸੀ, ਔਰ ਇਕੱਠਾ ਇੱਕ ਮੰਚ ਤੇ ਉਹੀ ਹੋਊਗਾ। ਇਹ ਸਾਨੂੰ ਸਮਝ ਆ ਸਾਰਿਆਂ ਨੂੰ, ਜਿਹੜਾ ਆਪਦੇ ਝੰਡੇ ਨੂੰ, ਏਜੰਡੇ ਨੂੰ ਜਾਂ ਆਪਦੇ ਨਿੱਜ ਨੂੰ ਪਿੱਛੇ ਰੱਖ ਕੇ ਕਹੂਗਾ ਅੱਜ ਮੈਂ ਲੋਕਾਂ ਖਾਤਰ ਖੜਾ, ਪੰਜਾਬ ਖਾਤਰ ਖੜਾ। ਕਿਉਂਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਡਰ ਵੀ ਹੈ। ਜਿਸ ਤਰੀਕੇ ਦੇ ਨਾਲ ਤੁਸੀਂ ਸ਼ੰਭੂ ਮੋਰਚਾ ਲਗਾਇਆ, ਇਹ ਬਹੁਤ ਸਹੀ ਪਾਸੇ ਜਾ ਰਿਹਾ ਹੈ, ਕਾਮਯਾਬੀ ਵੀ ਤੁਹਾਨੂੰ ਮਿਲ ਰਹੀ ਹੈ। ਇਸੇ ਤਰ੍ਹਾਂ ਬਰਗਾੜੀ ਦੇ ਵਿੱਚ ਇੱਕ ਮੋਰਚਾ ਲੱਗਿਆ ਸੀ। ਜਿਹੜੇ ਲੀਡਰਾਂ ਦੇ ਕੱਲ ਤੁਸੀਂ 2-4 ਲੀਡਰਾਂ ਦੇ ਨਾਂ ਲਏ, ਉਹਨਾਂ ਦੇ ਵਿੱਚੋਂ 1-2 ਲੀਡਰਾਂ ਦੇ ਉੱਪਰ ਇਲਜ਼ਾਮ ਵੀ ਲੱਗ ਰਹੇ ਸੀ ਕਿ ਜਿਹੜੇ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ, ਉਹ ਲੋਕਾਂ ਨੇ ਬਰਗਾੜੀ ਦੇ ਮੋਰਚੇ ਨੂੰ ਆਪਣੇ ਵੋਟ ਬੈਂਕ ਦੇ ਲਈ ਇਸਤੇਮਾਲ ਕੀਤਾ। ਇਸੇ ਤਰ੍ਹਾਂ ਲੋਕਾਂ ਨੂੰ ਇੱਥੇ ਵੀ ਵਹਿਮ ਹੋਇਆ ਹੈ ਕਿ ਇਹ ਬੰਦੇ ਇਸ ਮੋਰਚੇ ਨੂੰ ਸਿਰਫ ਆਪਣੀ ਸਿਆਸਤ ਦੇ ਲਈ ਜਿਹੜਾ ਹੈਗਾ ਇਸਤੇਮਾਲ ਕਰ ਸਕਦੇ ਆ। ਦੇਖੋ ਗੱਲ ਆਏ ਆ, ਪਹਿਲੀ ਗੱਲ ਵੋਟਾਂ ਅੱਜ ਤਾਂ ਪਈ ਨਹੀਂ ਜਾਂਦੀਆਂ। ਤਿਆਰੀ ਤੇ ਅੱਜ ਤੋਂ ਹੀ ਸ਼ੁਰੂ ਹੋ ਚੁੱਕੀ ਹੈ, ਤੁਹਾਨੂੰ ਇਹ ਜੀ ਤਿਆਰੀ ਹਜੇ ਸਾਲ ਲਿਟਰਲੀ ਨੀਅਰਲੀ 2 ਸਾਲ ਪਏ ਆ। 1.5-2 ਸਾਲ ਲੰਬਾ ਵਕਫਾ ਹੁੰਦਾ, ਬੜੇ ਸੰਘਰਸ਼ ਲੜਨੇ ਆ। ਇਹ ਸੰਘਰਸ਼ ਵੀ ਸਾਡੀ ਲੰਬੀ ਲੜਾਈ ਆ, ਪਹਿਲੀ ਗੱਲ। ਦੂਜੀ ਗੱਲ, ਨਾਂ ਜਿਹੜੇ ਲਏ ਆ ਉਹ ਨਾਂ ਲੈਣੇ ਇਸ ਕਰਕੇ ਬਣਦੇ ਸੀ ਕਿਉਂਕਿ ਇਹਨਾਂ ਦੇ ਨਾਂ ਵਾਰ-ਵਾਰ ਲੋਕਾਂ 'ਚ ਆਉਂਦੇ ਸੀ ਵੀ ਇਹਨਾਂ ਬੰਦਿਆਂ ਨੂੰ ਇਕੱਠੇ ਕਰੋ, ਇਹਨਾਂ ਬੰਦਿਆਂ ਨੂੰ ਇਕੱਠੇ ਕਰੋ। ਹੁਣ ਉਹਨਾਂ ਬੰਦਿਆਂ ਕੋਲੇ ਜਾ ਕੇ ਅੱਜ ਮਿਲਾਂਗੇ, ਸਾਡੇ ਸਾਹਮਣੇ ਆ ਜੂ ਉਹ ਬੰਦੇ ਇਕੱਠੇ ਹੋਣਾ ਚਾਹੁੰਦੇ ਵੀ ਆ ਕਿ ਨਹੀਂ, ਕਿ ਆਪਦੀ ਚੌਧਰ ਦੀ ਖਾਤਰ ਬੈਠੇ ਆ। ਪਹਿਲੀ ਗੱਲ ਤਾਂ ਇਹ ਕਲੀਅਰ ਹੋ ਜੂ। ਉਹਨਾਂ ਤੇ ਪ੍ਰੈਸ਼ਰ ਕਿੰਨਾ ਪੈ ਗਿਆ, ਜੇ ਆਪਾਂ ਨਾਂ ਨਾ ਲੈਂਦੇ ਉਹਨਾਂ ਤੇ ਪ੍ਰੈਸ਼ਰ ਹੀ ਨਹੀਂ ਪੈਣਾ ਸੀ। ਦੂਜੀ ਗੱਲ, ਜਿਹੜੀ ਅਸੀਂ ਗੱਲ ਸਾਨੂੰ ਸਮਝਣੀ ਬੜੀ ਲਾਜ਼ਮੀ ਆ, ਅਸੀਂ ਜਦੋਂ ਪੰਜਾਬ ਦੀ ਸਿਆਸਤ ਕੋਈ ਨਿਰੋਲ ਸਿਆਸਤ ਘੜਨੀ ਆ, ਉਹ ਇਕੱਲੇ 2-4 ਚਿਹਰੇ ਥੋੜ੍ਹੀ ਆ, ਸਾਨੂੰ ਹੋਰ ਵੀ ਬਹੁਤ ਬੰਦੇ ਚਾਹੀਦੇ ਹੋਣੇ ਆ। ਔਰ ਉਹ ਸਿਆਸਤ ਦੇ ਉੱਤੇ ਇੱਕ ਪਹਿਰਾਦਾਰੀ ਦੀ ਦਿੰਦੀ ਧਿਰ ਵੀ ਘੜਾਂਗੇ, ਜਿਹਦੇ 'ਚ ਇੰਟਲੈਕਚੁਅਲਸ, ਬੁੱਧੀਜੀਵੀ ਉਹ ਬੰਦੇ ਹੋਣਗੇ ਜਿਹੜੇ ਕਹਿਣਗੇ ਅਸੀਂ ਕਦੇ ਵੀ ਸਿਆਸਤ 'ਚ ਨਹੀਂ ਆਉਣਾ, ਪਰ ਅਸੀਂ ਸਿਧਾਂਤ ਤੇ ਪੱਕੇ ਆ ਤੇ ਅਸੀਂ ਸਿਧਾਂਤ ਦਾ ਪਹਿਰਾ ਇਹਨਾਂ ਤੇ ਵੀ ਦੇਵਾਂਗੇ ਤਾਂ ਕਿ ਇਹ ਪੰਜਾਬ ਦੇ ਹਿੱਤਾਂ ਤੋਂ ਥਿਰਕਣ ਨਾ। ਤੇ ਜਿਹੜਾ ਥਿਰਕਿਆ ਉਹਨੂੰ ਸੰਗਤ ਸਾਹਮਣੇ ਬੇਨਕਾਬ ਕਰਾਂਗੇ। ਤੁਸੀਂ ਇਹ ਸੋਚੋ, ਜਿਹੜਾ ਪੋਲੀਟੀਕਲ ਲੀਡਰ ਆ, ਹੋ ਸਕਦਾ ਕਿਤੇ ਨਾ ਕਿਤੇ ਉਹਦੇ ਅੰਦਰ, ਕਿਉਂਕਿ ਹਰ ਬੰਦੇ ਦੇ ਅੰਦਰ ਤਾਂ ਵੜ ਨਹੀਂ ਸਕਦੇ, ਉਹਦੇ ਅੰਦਰ ਕੀ ਚੱਲ ਰਿਹਾ, ਪਰ ਜਦੋਂ ਉਹਦੇ ਤੇ ਕੋਈ ਪਹਿਰੇਦਾਰ ਬੈਠਾ ਹੋਇਆ, ਉਹਨੂੰ ਪਤਾ ਇਹਨਾਂ ਨੇ ਮੇਰੇ ਕੱਪੜੇ ਲਾ ਦੇਣੇ ਆ, ਮੈਨੂੰ ਕੱਲ ਨੂੰ ਸੰਗਤ ਦੇ ਸਾਹਮਣੇ ਵੀ ਬੇਨਕਾਬ ਕਰਨਗੇ ਤੇ ਮੇਰੇ ਤੋਂ ਵੋਟਾਂ ਵੀ ਗਈਆਂ ਤੇ ਮੇਰਾ ਅਹੁਦਾ ਵੀ ਗਿਆ। ਸੋ ਇਸ ਕਰਕੇ ਜਿਹੜਾ ਇੱਕ ਸਿਸਟਮ ਸਾਡੇ ਕੋਲੇ ਪਹਿਲਾਂ ਹੁੰਦਾ ਸੀ, ਸ਼੍ਰੀ ਅਕਾਲ ਤਖਤ ਸਾਹਿਬ ਦਾ ਇਹੀ ਸਿਸਟਮ ਸੀ ਜਾਂ ਸਾਡੇ ਟਕਸਾਲਾਂ ਦਾ ਇਹੀ ਸਿਸਟਮ ਸੀ, ਉਹ ਪਹਿਰੇਦਾਰੀ ਦਾ ਕੰਮ ਕਰਦੀਆਂ ਸੀ। ਸਾਨੂੰ ਮੀਰੀ ਪੀਰੀ ਦਾ ਸਿਧਾਂਤ 6ਵੇਂ ਪਾਤਸ਼ਾਹ ਨੇ ਜਿਹੜਾ ਦਿੱਤਾ, ਉਹ ਇਹੀ ਸਿਸਟਮ ਦਿੱਤਾ, ਜਿੱਥੇ ਹਮੇਸ਼ਾ ਪੀਰੀ ਆ ਜਿਹੜੀ ਉਹ ਮੀਰੀ ਤੋਂ ਵੱਡੀ ਰਹੀ ਆ, ਉੱਤੇ ਰਹੀ ਆ। ਤੁਸੀਂ ਦੇਖੋ, ਪੀਰੀ ਦਾ ਨਿਸ਼ਾਨ ਸਾਹਿਬ ਵੱਡਾ ਹੁੰਦਾ, ਮੀਰੀ ਦਾ ਛੋਟਾ ਹੁੰਦਾ। ਧਰਮ ਨੂੰ ਹਮੇਸ਼ਾ ਹੀ ਉੱਚ ਦਾ ਦਰਜਾ ਦਿੱਤਾ ਗਿਆ, ਪਰ ਅੱਜ ਅਸੀਂ ਦੇਖਿਆ ਸਾਡੀ ਖੇਤਰੀ ਪਾਰਟੀਆਂ ਨੇ ਸਾਡੀਆਂ ਸੰਸਥਾਵਾਂ ਦਾ ਵੀ ਘਾਣ ਕਰਤਾ। ਹੁਣ ਸਾਨੂੰ ਵਾਪਸ ਮੁੜ ਉਸਾਰੀ ਵੀ ਤਾਂ ਕਰਨੀ ਪੈਣੀ ਆ ਨਾ। ਜੇ ਮੁੜ ਉਸਾਰੀ ਨਹੀਂ ਕੀਤੀ, ਫਿਰ ਅਸੀਂ ਕਹੀਏ ਪੰਜਾਬ ਦੇ ਖਾਤਰ ਲੜ ਰਹੇ ਹਾਂ, ਪੰਜਾਬ ਦੇ ਲਈ ਕੁਛ ਚੰਗਾ ਕਰ ਰਹੇ ਹਾਂ, ਜਾਂ ਇੱਕ ਚੰਗਾ ਸਮਾਜ, ਸਾਰਥਕ ਸਮਾਜ ਪੰਜਾਬ ਨੂੰ ਅਸੀਂ ਸਿਰਜ ਦਾਂਗੇ, ਫਿਰ ਕਿਵੇਂ ਸਿਰਜਾਂਗੇ? ਤੁਹਾਨੂੰ ਨਹੀਂ ਲੱਗਦਾ ਕਿ ਤੁਸੀਂ ਵੀ ਪੜ੍ਹਨ ਦਾ ਸ਼ੌਂਕ ਰੱਖਦੇ ਹੋ, ਨੌਲੇਜ ਵੀ ਰੱਖਦੇ ਹੋ, ਤੁਹਾਡੇ ਨਾਲ ਹੋਰ ਵੀ ਨੌਜਵਾਨ ਆਉਂਦੇ ਨੇ, ਵਕੀਲ ਵੀ ਨੇ, ਬੁੱਧੀਜੀਵੀ ਵੀ ਤੁਹਾਡੇ ਕੋਲੇ ਆਉਂਦੇ ਰਹੇ ਨੇ, ਹੋਰ ਵੀ ਜਿਸ ਤਰੀਕੇ ਨਾਲ ਆਪਾਂ ਕਹਿ ਦਿੰਦੇ ਹਾਂ ਕਿ ਕਿਸਾਨਾਂ ਦੀਆਂ ਪਾਰਟੀਆਂ, ਜਥੇਬੰਦੀਆਂ ਸੀਗੀਆਂ, ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਲੀਡਰ ਨੇ, ਕਿ ਉਹਨਾਂ ਦੇ ਵਿੱਚ ਨਹੀਂ ਨਵੇਂ ਲੀਡਰ ਪੈਦਾ ਕੀਤੇ ਜਾ ਸਕਦੇ? ਬਿਲਕੁਲ ਜੀ, ਕਿਸਾਨਾਂ ਦੇ ਮੋਰਚਿਆਂ 'ਚੋਂ ਵੀ ਨਿਕਲਣਗੇ। ਆਪਾਂ ਇਹਨਾਂ 2-4 ਲੀਡਰਾਂ ਨੂੰ ਲੈ ਕੇ ਥੋੜ੍ਹੀ ਤੁਰਨਾ, ਕਿਸਾਨਾਂ ਦੇ ਮੋਰਚਿਆਂ 'ਚੋਂ ਵੀ ਨਿਕਲਣਗੇ। ਜਿਹੜੇ ਸਾਡੇ ਕੋਲੇ ਲੋਕ ਆਏ ਆ ਉਹਨਾਂ 'ਚੋਂ ਵੀ ਨਿਕਲਣਗੇ। ਜਿਨ੍ਹਾਂ ਨੇ ਕੁੜਤੇ ਪਜਾਮੇ ਸਾਫੇ ਬੰਨੇ ਸੀ, ਇਕੱਲੇ ਪਰਨੇ ਬੰਨੇ ਸੀ, ਉਹਨਾਂ ਨੂੰ ਵੀ ਲੜਾਵਾਂਗੇ, ਔਰ ਲੜਾਉਣਾ ਚਾਹੀਦਾ। ਜਿਹੜੇ ਚੰਗੇ ਬੰਦੇ ਆ, ਜਿਹੜੇ ਬੰਦੇ, ਦੇਖੋ ਸਾਦਗੀ 'ਚ ਬਹੁਤ ਵੱਡੀ ਤਾਕਤ ਹੁੰਦੀ ਆ, ਇਹ ਗੱਲ ਸਮਝ ਲਈ ਅਸੀਂ। ਜੇ ਕੋਈ ਬੰਦਾ ਸਾਦਾ, ਇਹਦਾ ਮਤਲਬ ਇਹ ਨਹੀਂ ਜੇ ਕੁੜਤਾ ਪਜਾਮਾ ਪਾਇਆ ਉਹ ਇੰਟੈਲੀਜੈਂਟ ਨਹੀਂ ਆ। ਜੇ ਕਿਸੇ ਨੇ ਪਰਨਾ ਬੰਨ ਲਿਆ, ਇਹਦਾ ਮਤਲਬ ਇਹ ਨਹੀਂ ਉਹ ਬੰਦਾ ਪੜ੍ਹਨ ਦਾ ਸ਼ੌਂਕ ਨਹੀਂ ਰੱਖਦਾ ਜਾਂ ਉਹਦੇ ਕੋਲ ਇੰਟੈਲੈਕਟ ਨਹੀਂ ਆ। ਸਾਡੇ ਕੋਲ ਏਡੇ ਵੱਡੇ ਸਾਦੇ ਤੇ ਇੰਟੈਲੈਕਚੁਅਲ ਬੰਦੇ ਆਏ ਆ, ਉਹਨਾਂ ਸਾਰੇ ਬੰਦਿਆਂ ਨੂੰ ਵੀ ਨਾਲ ਬਹਾਵਾਂਗੇ। ਇਹ ਬੰਦਿਆਂ ਨੇ ਠੇਕਾ ਥੋੜ੍ਹੀ ਲੈ ਰੱਖਿਆ। ਪੰਜਾਬ ਦੀ ਸਿਆਸਤ ਘੜਨੀ ਆ ਨਾ, ਖੇਤਾਂ 'ਚੋਂ ਚੱਕ ਲਿਆਵਾਂਗੇ, ਮੋਰਚਿਆਂ 'ਚੋਂ ਚੱਕ ਲਿਆਵਾਂਗੇ। ਬਾਈ ਤੁਸੀਂ ਦੇਖੀ ਤਾਂ ਚੱਲੋ। ਪਰ ਇਹ ਬੰਦੇ ਕੁਰਸੀਆਂ ਲੈਣ ਤੋਂ ਬਾਅਦ
ਪਾਸਾ ਵੱਟ ਜਾਂਦੇ ਆ, ਆਪਣੀਆਂ ਜਿਹੜੀਆਂ ਹਾਈ ਕਮਾਂਡ ਹੁੰਦੀਆਂ ਨੇ ਜਾਂ ਲੋਕਾਂ ਦੇ ਹੁੰਦੇ ਨੇ ਉਹਨਾਂ ਤੋਂ ਵੀ ਪਾਸਾ ਵੱਟ ਜਾਂਦੇ ਆ। ਤੁਹਾਡੇ ਅੰਡਰ ਰਹਿ ਪਾਉਣਗੇ ਜਾਂ ਅੰਡਰ ਨਹੀਂ ਆਪਾਂ ਕਹਿ ਸਕਦੇ, ਜੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਆਪਾਂ ਸਿਧਾਂਤ ਬਣਾਵਾਂਗੇ ਬੁੱਧੀਜੀਵੀਆਂ ਉੱਪਰ ਰੱਖਾਂਗੇ, ਉਹਨਾਂ ਦੇ ਅੰਡਰ ਰਹਿ ਪਾਉਣਗੇ ਕਿ ਨਹੀਂ? ਜਿਹੜਾ ਨਹੀਂ ਰਹੂਗਾ ਉਹਨੂੰ ਸੰਗਤ ਸਾਹਮਣੇ ਨੰਗਾ ਕਰਾਂਗੇ, ਬੇਨਕਾਬ ਕਰਾਂਗੇ। ਗੱਲ ਇਹ ਆ ਵੀ ਲੋਕਾਂ ਕੋਲੇ ਮੌਕਾ ਹੈ ਨਹੀਂ। ਲੋਕ ਵਾਰ-ਵਾਰ ਪਹਿਲਾਂ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਕਿ ਤੇ ਲੋਕ ਕਿਹਦੇ ਤੇ ਵਿਸ਼ਵਾਸ ਕਰਦੇ ਆ, ਪਰ ਇਸ ਟਾਈਮ ਮੌਕਾ ਹੈ ਨਹੀਂ ਲੋਕਾਂ ਦੇ ਕੋਲੇ, ਟਾਈਮ ਹੈ ਨਹੀਂਗਾ ਲੋਕਾਂ ਦੇ ਕੋਲੇ, ਕਿਉਂਕਿ ਬਹੁਤ ਜ਼ਿਆਦਾ ਸਥਿਤੀ ਗੰਭੀਰ ਬਣ ਚੁੱਕੀ ਆ। ਇਸ ਲਈ ਲੋਕਾਂ ਦੇ ਮਨ ਦੇ ਵਿੱਚ ਡਰ ਵੀ ਹੈ। ਦੇਖੋ ਤੁਸੀਂ ਇੱਕ ਗੱਲ ਸਮਝੋ, ਅੱਜ ਯੂਰਪੀਅਨ ਜਿਹੜੀ ਸਿਵਲਾਈਜੇਸ਼ਨ ਆ ਸਭ ਤੋਂ ਓਲਡੈਸਟ ਸਿਵਲਾਈਜੇਸ਼ਨ ਆ, ਪਰ ਸਭ ਤੋਂ ਜ਼ਿਆਦਾ ਮਾਡਰਨ ਆ, ਕਿਉਂਕਿ ਹੌਲੀ ਹੌਲੀ ਇਵੋਲਵ ਹੋ ਗਈ ਆ ਉਹ। ਯੂਰਪ ਨੇ ਇਹ ਮਾਡਲ ਸਮਝ ਲਿਆ। ਉਹਨਾਂ ਦੇ ਜਿਹੜੇ ਪਾਲਿਸੀ ਮੇਕਰ ਆ ਨਾ, ਉਹ ਕਦੇ ਵੀ ਮੇਨ ਸਟ੍ਰੀਮ ਪੋਲਿਟਿਕਸ ਜਾਂ ਵੋਟ ਬੈਂਕ ਵਾਲੀ ਪੋਲਿਟਿਕਸ ਦਾ ਹਿੱਸਾ ਨਹੀਂ ਹੁੰਦੇ। ਜਿਨ੍ਹਾਂ ਨੇ ਪਾਲਿਸੀਆਂ ਬਣਾਉਣੀਆਂ ਉਹ ਵੱਖਰੇ ਲੋਕ ਆ, ਜਿਨ੍ਹਾਂ ਨੇ ਮੇਨ ਸਟ੍ਰੀਮ ਪੋਲਿਟਿਕਸ ਕਰਨੀ ਆ ਉਹ ਵੱਖਰੇ ਲੋਕ ਆ। ਸਾਨੂੰ ਉਹ ਮਾਡਲ ਅਡੈਪਟ ਕਰਨਾ ਪੈਣਾ, ਸਾਨੂੰ ਉਹ ਰੈਪਲੀਕੇਟ ਕਰਨਾ ਪੈਣਾ। ਇਸ ਕਰਕੇ ਮੈਂ ਕਹਿ ਰਿਹਾ, ਸਾਡੇ ਜਿਹੜੇ ਪਾਲਿਸੀ ਮੇਕਰ ਹੋਣਗੇ ਉਹ ਵੱਖਰੇ ਹੋਣਗੇ, ਜਿਨ੍ਹਾਂ ਨੇ ਵੋਟਾਂ ਵਾਲੀ ਪੋਲਿਟਿਕਸ ਕਰਨੀ ਆ ਉਹ ਵੱਖਰੇ ਹੋਣਗੇ, ਤੇ ਪਾਲਿਸੀ ਮੇਕਰ ਨੇ ਇਹਨਾਂ ਤੇ ਪਹਿਰਾਦਾਰੀ ਦੇਣੀ ਆ, ਕਿਉਂਕਿ ਪਾਲਿਸੀ ਤਾਂ ਉਹਨਾਂ ਨੇ ਹੀ ਬਣਾਉਣੀ ਆ ਨਾ। ਉੱਥੇ ਪਾਲਿਸੀ ਘੜੀ ਗਈ, ਇਹ ਬੰਦਿਆਂ ਨੇ ਤਾਂ ਸਿਰਫ ਜਾ ਕੇ ਲੋਕਾਂ ਨੂੰ ਦੇਣੀ ਆ। ਇਹਨਾਂ ਦਾ ਤਾਂ ਪਾਰਟ ਹੀ ਕੁਛ ਨਹੀਂ ਰਿਹਾ, ਇਹਨਾਂ ਨੇ ਤਾਂ ਨੁਮਾਇੰਦਗੀ ਕਰਨੀ ਆ ਸਿਰਫ। ਜਦੋਂ ਐਡੀ ਵੱਡੀ ਪਾਵਰ ਡਿਸਟ੍ਰੀਬਿਊਸ਼ਨ ਹੋ ਜੂਗੀ ਉਦੋਂ ਹੀ ਗੱਲ ਠੀਕ ਹੋਣੀ ਆ। ਇਹ ਸੈਂਟਰਲਾਈਜੇਸ਼ਨ ਆਫ ਪਾਵਰ ਨੇ ਗਰਾਊਂਡ ਲੈਵਲ ਤੱਕ ਜਾ ਕੇ ਵੀ ਇਹ ਸਾਰੀ ਕਰਪਸ਼ਨ ਜਾਂ ਕਰਪਟ ਸਿਸਟਮ ਕ੍ਰੀਏਟ ਕੀਤਾ। ਇਸੇ ਨੂੰ ਤਾਂ ਤੋੜਨਾ ਸੀ। ਜਿਹੜੀ ਪਾਵਰ ਆ ਉਹਨੂੰ ਡਿਸਟ੍ਰੀਬਿਊਟ ਕਰਨਾ, ਜਦੋਂ ਡਿਸਟ੍ਰੀਬਿਊਟ ਹੋਊਗੀ ਉਦੋਂ ਇੱਕ ਸਾਰਥਿਕ ਗੱਲ ਸਿਰਜੀ ਜਾ ਸਕਦੀ ਆ। ਤੁਸੀਂ ਖੇਤਰੀ ਪਾਰਟੀ ਬਣਾਉਣ ਦੀ ਗੱਲ ਕੀਤੀ, ਜਿਸ ਤਰੀਕੇ ਨਾਲ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਲੋਕਾਂ ਦਾ ਇਹ ਸਵਾਲ ਹੈ, ਲੋਕ ਚੱਕ ਰਹੇ ਨੇ, ਕਿਉਂਕਿ ਤੁਸੀਂ ਸਨੀ ਦਿਓਲ ਦੇ ਉਸ ਟਾਈਮ ਤੁਸੀਂ ਉਹਨਾਂ ਦੀ ਕੰਪੇਨ ਵੀ ਕਰਦੇ ਰਹੇ ਹੋ। ਲੋਕ ਕਹਿੰਦੇ ਨੇ ਕਿ ਦੀਪ ਸਿੱਧੂ ਨੂੰ ਉਦੋਂ ਨਹੀਂ ਸੀ ਪਤਾ ਕਿ ਇਹ ਬੀਜੇਪੀ ਜਿਹੜੀ ਪਾਰਟੀ ਹੈ ਇਹ ਵੀ ਦਿੱਲੀ ਤੋਂ ਹੀ ਚੱਲਦੀ ਹੈ, ਪੰਜਾਬ ਚੋਂ ਨਹੀਂ ਚੱਲਦੀ। ਬਾਈ ਆਏ ਆ, ਮੈਂ ਆਪਦੀ ਯਾਰੀ ਨਿਭਾਈ ਉਸ ਵੇਲੇ, ਹਨਾ, ਸਭ ਕੁਝ ਪਤਾ ਸੀ, ਪਰ ਕਈ ਵਾਰੀ ਸਾਨੂੰ ਆਪਦੇ ਪਰਿਵਾਰ ਨਾਲ, ਆਪਦੇ ਯਾਰਾਂ ਨਾਲ ਖੜਨਾ ਪੈਂਦਾ। ਮੈਂ ਉਦੋਂ ਬੀਜੇਪੀ ਲਈ ਵੋਟ ਨਹੀਂ ਮੰਗੀ, ਪਰ ਇਹ ਮੈਂ ਬਹੁਤ ਵਾਰੀ ਸਵਾਲ ਦਾ ਜਵਾਬ ਦੇ ਚੁੱਕਿਆ। ਹੁਣ ਇੰਨੇ ਵਾਰੀ ਉਹੀ ਸਵਾਲ ਦਾ ਜਵਾਬ ਦੇਣਾ, ਪਰ ਮੈਂ ਫੇਰ ਇੱਕ ਵਾਰੀ ਤੁਹਾਨੂੰ ਦੱਸਦਾ। ਗੱਲ ਆਏ ਆ ਵੀ ਉਦੋਂ ਪਤਾ ਨਹੀਂ ਸੀ, ਨਹੀਂ ਪਤਾ ਸੀ। ਮੈਂ 20 ਦਿਨ ਸਿਰਫ ਇਲੈਕਸ਼ਨ 'ਚ ਰਿਹਾ, ਤੇ 20 ਦਿਨ ਇਲੈਕਸ਼ਨ ਦੇ ਤਾਂ ਤੁਹਾਨੂੰ ਯਾਦ ਆ, ਕਦੇ ਮੈਂ ਕਿਸੇ ਦਾ ਅਹੁਦਾ ਨਹੀਂ ਮੰਨਿਆ। ਉਹ ਵੀ ਤੁਹਾਨੂੰ ਯਾਦ ਨਹੀਂ, ਜਿਹੜੇ ਤੁਹਾਡੇ 73 ਸਾਲਾਂ ਦੇ ਤੁਹਾਡੇ ਅੰਦਰ ਬੀਜੇਪੀ ਲਈ ਵਾਲੇ ਵੀ ਬਣ ਕੇ ਬੈਠੇ ਰਹੇ, RSS ਵਾਲੇ ਵੀ ਬੈਠੇ ਰਹੇ, ਅਹੁਦੇ ਵੀ ਲੈ ਕੇ ਬੈਠੇ ਰਹੇ, ਕੁਰਸੀਆਂ ਤੁਹਾਨੂੰ ਕੌਮ ਨੂੰ ਵੇਚ ਕੇ ਕੁਰਸੀਆਂ ਵੀ ਲੈ ਕੇ ਆਉਂਦੇ ਰਹੇ, ਉਹ ਨਹੀਂ ਤੁਹਾਨੂੰ ਦਿਖਦੇ। ਫਿਰ ਕੀ ਇਹਦਾ ਜਵਾਬ ਦੇਵਾਂ ਮੈਂ ਅੱਜ ਕਿਸ ਤਰ੍ਹਾਂ ਕਿਸੇ ਬੀਜੇਪੀ ਦੀ ਹੈਲਪ ਕਰ ਰਿਹਾ, ਕਿਸੇ RSS ਦੀ ਗੱਲ ਕਰ ਰਿਹਾ, ਕਿਸੇ ਗੱਲ ਤੇ ਤਾਂ ਆਈਏ ਆਪਾਂ। ਸੋ ਇਸ ਗੱਲ ਦਾ ਜਵਾਬ ਦੇਣਾ ਕੋਈ ਬਾਹਲੀ ਹੁਣ ਮੈਨੂੰ ਲੱਗਦਾ ਅਹਿਮੀਅਤ ਰਹੀ ਨਹੀਂ। ਇਹ ਗੱਲ ਵੀ ਪੁਰਾਣੀ ਹੋ ਗਈ ਆ, ਇਹ ਤੋਂ ਅੱਗੇ ਵਧੀਏ ਆਪਾਂ। ਤੁਸੀਂ ਕਹਿ ਰਹੇ ਹੋ ਕਿ ਸਨੀ ਦਿਓਲ ਬਹੁਤ ਵਧੀਆ ਇਨਸਾਨ ਨੇ, ਯਾਰੀ ਦੀ ਮਿੱਤਰਤਾ ਵੀ ਤੁਹਾਡੀ ਹੈਗੀ ਆ, ਤਾਂ ਉਹਨਾਂ ਨੂੰ ਵੀ ਤੁਸੀਂ ਅਪੀਲ ਕਰੋਗੇ ਜਿਸ ਤਰੀਕੇ ਦੇ ਨਾਲ ਕਾਂਗਰਸ ਵਾਲੇ ਨਵਜੋਤ ਸਿੱਧੂ ਨੂੰ ਕਰ ਰਹੇ ਹੋ, ਲੋਕ ਇਨਸਾਫ ਪਾਰਟੀ ਵਾਲੇ ਬੈਂਸ ਨੂੰ ਕਰ ਰਹੇ ਹੋ, ਤਾਂ ਸਨੀ ਦਿਓਲ ਨੂੰ ਵੀ ਕਿਤੇ ਨਾ ਕਿਤੇ ਅਪੀਲ ਕਰੋਗੇ ਕਿ ਆਪਾਂ ਇਕੱਠੇ ਹੋਈਏ? ਕਿਉਂ ਨਾ ਕਰੂੰਗਾ, ਜੇ ਸਨੀ ਬਾਈ ਇਸ ਗੱਲ ਨੂੰ ਸਮਝ ਕੇ ਤੇ ਪੰਜਾਬ ਦੇ ਹਿੱਤਾਂ ਲਈ ਅੱਗੇ ਆ ਜਾਂਦੇ ਆ, ਕਿਉਂ ਨਹੀਂ ਕਰੂੰਗਾ। ਸੋ ਬਹੁਤ ਵਧੀਆ ਗੱਲ ਹੋਊਗੀ, ਹੈ ਨਾ। ਹਰ ਉਸ ਰੂਹ ਨੂੰ ਕਰੂੰਗਾ ਜਿਹੜੀ ਪੰਜਾਬ ਲਈ ਸੋਚਦੀ ਆ, ਪੰਜਾਬ ਦੇ ਹਿੱਤਾਂ 'ਚ ਆਪਦੀ ਲੜਾਈ ਵਿੱਢਣੀ ਚਾਹੁੰਦੀ ਆ ਜਾਂ ਲੜਾਈ ਲੜਨੀ ਚਾਹੁੰਦੀ ਆ, ਹੈ ਨਾ। ਸੋ ਇਸ ਕਰਕੇ ਜਿਹੜੀ ਮੈਂ ਗੱਲ ਕਹਿ ਰਿਹਾ, ਇਹਦੇ 'ਚ ਕੋਈ ਆਪਾਂ ਲਕੀਰ ਥੋੜ੍ਹੀ ਖਿੱਚਣੀ ਆ। ਅਸੀਂ ਤਾਂ ਇਹ ਕਹਿੰਦੇ ਆ, ਜਿਹੜੇ ਸਟਰਗਲ ਪੋਲਿਟਿਕਸ ਦਾ ਪਾਰਟ ਬਣਨਾ ਚਾਹੁੰਦੇ ਆ, ਜਿਨ੍ਹਾਂ ਨੂੰ ਅਹੁਦੇ, ਕੁਰਸੀਆਂ ਜਾਂ ਨਿੱਜ ਦੀ ਕੋਈ ਜਿਹੜੀ ਹੋਰ ਗੱਲ ਆ ਉਹ ਨਹੀਂ ਪਿਆਰੀ, ਉਹ ਆ ਜਾਣ। ਕਦੋਂ ਤੋਂ ਇਸ ਦੀ ਸ਼ੁਰੂਆਤ ਕਰ ਦੂੰਗੇ? ਅੱਜ ਹੀ ਕਰਤੀ ਜੀ। ਅੱਜ ਮਿਲੇ ਕਿਸੇ ਨੂੰ? ਗਾਂਧੀ ਸਾਹਿਬ, ਖਹਿਰਾ ਸਾਹਿਬ, ਸਾਰਿਆਂ ਨੂੰ ਕਰਤੀ ਅੱਜ ਹੀ ਜੀ। ਉਹਨਾਂ ਦਾ ਕੀ ਰਿਸਪੌਂਸ ਰਿਹਾ? ਬਹੁਤ ਵਧੀਆ, ਬਹੁਤ ਪੋਜ਼ਿਟਿਵ ਰਿਸਪੌਂਸ ਰਿਹਾ ਜੀ, ਹੈ ਨਾ। ਤਾਂ ਕੀ ਕਹਿੰਦੇ ਕਦੋਂ ਤੱਕ ਉਹ ਇੱਥੇ ਆ ਜਾਣਗੇ, ਤੁਹਾਡੇ ਨਾਲ ਤੁਰ ਪੈਣਗੇ ਜੀ? ਤਾਂ ਦੇਖੋ, ਇਹਦੇ ਲਈ ਇੱਕ ਨਾ ਪੂਰੀ ਇਹ ਵੀ ਇੱਕ ਆਪਦੇ ਆਪ 'ਚ ਪਲੈਨਿੰਗ ਆ, ਹੈ ਨਾ। ਸੋ ਉਸ ਪਲੈਨਿੰਗ ਨੂੰ ਉਸੇ ਵੇਲੇ ਆਪਾਂ ਗੱਲ ਕਰਨੀ ਚਾਹੀਦੀ ਹੈ ਜਦੋਂ ਅਮਲ ਇਸ ਤੇ ਪੂਰੀ ਤੌਰ ਤੇ ਕੀਤਾ ਜਾ ਸਕੇ, ਹੈ ਨਾ। ਪਰ ਇਹ ਬੰਦੇ ਬੜੇ ਪੋਜ਼ਿਟਿਵ ਆ, ਹਰ ਬੰਦਾ ਕਹਿ ਰਿਹਾ। ਸਾਹਿਬ ਨੇ ਤਾਂ ਕੱਲ ਵੀ ਫੇਸਬੁੱਕ ਪੋਸਟ ਪਾ ਕੇ ਤੁਹਾਡੇ ਨਾਲ ਫੋਟੋ ਪਾ ਕੇ ਉਹਨਾਂ ਨੇ ਕਹਿਤਾ ਸੀ ਕਿ ਮੈਂ ਨਾਲ ਦੇਣ ਨੂੰ ਤਿਆਰ। ਹਾਂਜੀ, ਈਵਨ ਗਾਂਧੀ ਸਾਹਿਬ ਵੀ ਬੜੇ ਵਧੀਆ ਜਿਹੜੇ ਇਸ ਤੇ ਆਪਦਾ ਕਹਿ ਲਓ ਵੀ ਹਮਾਇਤ ਦੇ ਰਹੇ ਆ, ਇਸ ਗੱਲ ਦੇ ਹੱਕ 'ਚ ਆ ਵੀ ਪੰਜਾਬ ਖਾਤਰ, ਉਹ ਪੰਜਾਬ ਖਾਤਰ ਬਹੁਤ ਕੁਝ ਕਰਨਾ ਚਾਹੁੰਦੇ ਆ। ਇਸੇ ਤਰ੍ਹਾਂ ਸਾਡੇ ਮਾਤਾ ਖਾਲੜਾ, ਉਹ ਬੜੇ ਇਸ ਗੱਲ 'ਚ, ਹੈ ਨਾ,
ਇਹ ਗੱਲ ਚਾਹੁੰਦੇ ਆ ਵੀ ਹਾਂ ਪੰਜਾਬ ਖਾਤਰ ਕੁਝ ਕਰੀਏ। ਦੇਖੋ ਇਹੋ ਜਿਹੀਆਂ ਰੂਹਾਂ ਜਦੋਂ ਇਕੱਠੀਆਂ ਹੋਣਗੀਆਂ ਬਹੁਤ ਵੱਡਾ ਫਰਕ ਪੈਂਦਾ। ਤੁਹਾਡੀ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੇ ਲੋਕ ਪੰਜਾਬ ਦੇ ਵਿੱਚ ਇਹਦੇ ਕਿਸਾਨੀ ਸੰਘਰਸ਼ ਦੇ ਵਿੱਚ ਹਿੱਸਾ ਲੈ ਰਹੇ ਨੇ, ਜਿਵੇਂ ਯੋਗਰਾਜ ਸਿੰਘ ਜੀ ਹੋ ਗਏ, ਤਾਂ ਹੋਰ ਵੀ ਬਹੁਤ ਸਾਰੇ ਹੋ ਗਏ, ਉਹਨਾਂ ਨੂੰ ਵੀ ਤੁਸੀਂ ਅਪੀਲ ਕਰ ਰਹੇ ਹੋ? ਜਿਹੜਾ ਮੈਂ ਤੁਹਾਨੂੰ ਕਿਹਾ, ਜਿਹੜੀ ਰੂਹ ਪੰਜਾਬ ਖਾਤਰ ਲੜਨਾ ਚਾਹੁੰਦੀ ਆ, ਹਨਾ, ਜਿਹੜੀ ਰੂਹ ਪੰਜਾਬ ਦੀ ਖੁਦ ਮੁਖਤਿਆਰੀ ਖਾਤਰ ਲੜਨਾ ਚਾਹੁੰਦੀ ਆ, ਪੰਜਾਬ ਦੇ ਹੱਕਾਂ ਖਾਤਰ ਲੜਨਾ ਚਾਹੁੰਦੀ ਆ, ਦੇ ਆਰ ਮੋਸਟ ਵੈਲਕਮ। ਉਮੀਦ ਕਰਦੇ ਹਾਂ ਤੁਸੀਂ ਜਿਹੜੀ ਪੰਜਾਬ ਦੀ ਲੜਾਈ ਲੜ ਰਹੇ ਹੋ ਉਹਦੇ ਵਿੱਚ ਸਫਲਤਾ ਹਾਸਲ ਕਰੋਗੇ। ਗੱਲਬਾਤ ਕਰਨ ਲਈ ਤੁਹਾਨੂੰ ਧੰਨਵਾਦ ਭਾਈ ਜੀ, ਸਤਿ ਸ਼੍ਰੀ ਅਕਾਲ। ਤਾਂ ਇਹ ਸਨ ਪੰਜਾਬੀ ਫਿਲਮ ਐਕਟਰ ਦੀਪ ਸਿੱਧੂ, ਜਿਨ੍ਹਾਂ ਦੇ ਵੱਲੋਂ ਕੱਲ ਇੱਕ ਅਪੀਲ ਕੀਤੀ ਗਈ ਸੀ, ਪੰਜਾਬ ਦੇ ਵਿੱਚ ਰਾਜਨੀਤਿਕ ਧਿਰ ਬਣਾਉਣ ਦੀ ਅਪੀਲ ਕੀਤੀ ਗਈ ਸੀ, ਜਿਨ੍ਹਾਂ ਦੇ ਵੱਲੋਂ, ਕਿਉਂਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਇਸ ਤੋਂ ਬਿਨਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਨਹੀਂ ਜਿੱਤਿਆ ਜਾ ਸਕਦਾ। ਉਸ ਤੋਂ ਬਾਅਦ ਜਿਹੜੇ ਉਹਨਾਂ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸੀ, ਉਸ ਮਾਮਲੇ ਦੇ ਵਿੱਚ ਜਦੋਂ ਦੀਪ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਸਭ ਦੇ ਵਾਸਤੇ ਬੜੀ ਬੇਬਾਕੀ ਦੇ ਨਾਲ ਜਵਾਬ ਦਿੱਤੇ। ਕੈਮਰਾਮੈਨ ਗੁਰਦੀਪ ਦੇ ਨਾਲ ਸੁਖਵਿੰਦਰ ਸਿੱਧੂ, ਰੋਜ਼ਾਨਾ ਲੋਕਨਾਟ TV, ਸ਼ੰਭੂ ਮੋਰਚਾ।